ਕਿਸੇ ਨੂੰ ਇਹ ਕਹਿ ਦੇਣਾ ਵੀ ਇਹਨੂੰ ਤਾਂ ਇਹ ਕੰਮ ਆਉਂਦਾ ਹੀ ਨਹੀਂ ਹੈਗਾ, ਤੁਸੀਂ ਬੋਲ ਸਕਦੇ ਹੋ ਲੇਕਿਨ ਉਹਨੂੰ ਕੰਮ ਆਉਂਦਾ ਕਿ ਨਹੀਂ ਆਉਂਦਾ ਤੁਸੀਂ ਫੈਸਲਾ ਨਹੀਂ ਕਰ ਸਕਦੇ। ਫੈਸਲਾ ਤਾਂ ਜਨਤਾ ਕਰਦੀ ਹੁੰਦੀ ਹੈ। ਨਵਜੋਤ ਸਿੰਘ ਸਿੱਧੂ ਜੀ ਪੜ੍ਹੇ ਲਿਖੇ ਨੇ, ਬਹੁਤ ਬੜੀ ਫਿਗਰ ਨੇ, ਬੜਾ ਅੱਛਾ ਬੋਲਦੇ ਨੇ, ਸਭ ਕੁਝ ਹੈ। ਉਹਨਾਂ ਦੇ ਆਪਣੇ ਮਨ ਅੰਦਰ ਕੀ ਹੈ, ਉਹ ਕੀ ਚਾਹੁੰਦੇ ਨੇ। ਅਸਲ ਗੱਲ ਇਹ ਹੈ ਵੀ ਖੁੱਲ੍ਹ ਕੇ ਨਹੀਂ ਦੱਸਣਾ ਵੀ ਮੈਂ ਕੀ ਚਾਹੁੰਦਾ। ਉਹ ਸਿਰਫ ਇਹ ਤਾਂ ਕਰਨ ਲਈ ਫਲਾਣੇ ਨੂੰ ਆਹ ਕੰਮ ਨਹੀਂ ਆਉਂਦਾ, ਢਿੰਗਲੇ ਨੂੰ ਆਹ ਕੰਮ ਨਹੀਂ ਆਉਂਦਾ। ਉਹ ਆਪ ਚਾਹੁੰਦੇ ਕੀ ਨੇ ਇਹ ਸਪਸ਼ਟ ਕਰਨਾ ਚਾਹੀਦਾ ਕਿ ਮੈਂ ਤਾਂ ਆਹ ਚਾਹੁੰਦਾ। ਇਸ ਤਰ੍ਹਾਂ ਦੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਹੈ, ਮੁੱਖ ਮੰਤਰੀ ਦਾ ਚਿਹਰਾ ਵੀ ਹੋ ਸਕਦੇ ਨੇ 2022 ਦੇ ਵਿੱਚ। ਇਸ ਤਰ੍ਹਾਂ ਦੀ ਗੱਲਾਂ ਜਦੋਂ ਨਿਕਲ ਕੇ ਸਾਹਮਣੇ ਆਉਂਦੀਆਂ, ਤੁਹਾਨੂੰ ਲੱਗਦਾ ਨਹੀਂ ਕਿ ਸਿੱਧੂ ਦੀ ਮਹੱਤਵਕਾਂਸ਼ਾ ਜਿਹੜੀ ਆ ਹੋਰ ਵੱਧਦੀ ਨਜ਼ਰ ਆ ਰਹੀ? ਬਈ ਦਰਖਤ ਬਣਨ ਦੀ ਕੋਸ਼ਿਸ਼ ਕਰੋ, ਪਤੰਗ ਬਣਨ ਦੀ ਕੋਸ਼ਿਸ਼ ਨਾ ਕਰੋ। ਦਰਖਤ ਛੋਟਾ ਹੁੰਦਾ ਲੇਕਿਨ ਜ਼ਮੀਨ 'ਚ ਗੜਿਆ ਹੁੰਦਾ, ਜੜ ਪੱਕੀ ਬਣਦੀ ਹੈ। ਪਤੰਗ ਬੜਾ ਉੱਚਾ ਹੁੰਦਾ ਲੇਕਿਨ ਉਹਦੀ ਡੋਰ ਦੂਜੇ ਦੇ ਹੱਥ 'ਚ ਹੁੰਦੀ ਹੈ। ਜਿੱਥੇ ਤੱਕ ਮੁੱਖ ਮੰਤਰੀ ਬਣਨ ਦਾ ਤਾਲੁਕ ਹੈ, ਜਿਹੜੇ ਐਮਐਲਏ ਚੁਣੇ ਜਾਣਗੇ ਇਹ ਉਹਨਾਂ ਦੇ ਹੱਥ 'ਚ ਹੈ, ਇਹ ਹੋਰ ਕਿਸੇ ਦੇ ਹੱਥ 'ਚ ਨਹੀਂ ਹੈ। 12 ਲੀਡਰ ਕਾਂਗਰਸ ਦੇ ਮੌਜੂਦ ਹੁੰਦੇ ਨੇ, ਦਲਿਤ ਲੀਡਰ, ਜਿਨ੍ਹਾਂ ਦੇ ਵਿੱਚ 10 ਵਿਧਾਇਕ ਔਰ 2 ਕੈਬਨਿਟ ਵਜ਼ੀਰ। ਲਗਾਤਾਰ ਇਸ ਤਰ੍ਹਾਂ ਦੀ ਬੈਠਕਾਂ ਹੋ ਰਹੀਆਂ ਨੇ ਔਰ ਇਹ ਬੈਠਕਾਂ ਜਿਹੜੀਆਂ ਨੇ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦਬਾਅ ਬਣੇ ਔਰ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਖੁਦ ਕੋਈ ਇਹੋ ਜਿਹਾ ਫੈਸਲਾ ਲੈ ਲੈਣ ਜਿਹੜਾ ਫੈਸਲਾ ਕਿਤੇ ਨਾ ਕਿਤੇ ਇਨ ਵਿਧਾਇਕਾਂ ਨੂੰ ਮਨਜ਼ੂਰ ਹੋਏ, ਭਾਵੇਂ ਕਾਂਗਰਸ ਨੂੰ ਮਨਜ਼ੂਰ ਹੋਏ ਜਾਂ ਫਿਰ ਨਾ ਹੋਏ। ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾ ਲਿੱਤਾ ਜਾਏ, ਉਹਨਾਂ ਦੇ ਅਗਵਾਈ ਹੇਠ ਅਗਲਾ ਚੁਣਾਵ ਲੜਿਆ ਜਾਏ, ਤਿਆਰ ਹੋ ਇਸ ਨੂੰ ਲੈ ਕੇ ਤੁਸੀਂ? ਮੈਂ ਤੁਹਾਨੂੰ ਗੱਲ ਦੱਸਾਂ, ਜੇ ਮੈਨੂੰ ਕੋਈ ਕਹਿ ਦੇਵੇ ਬਈ ਇਹਨੂੰ ਮਿਨਿਸਟਰ ਬਣਾ ਦਿਓ, ਮੈਂ ਕਿਸ ਦਾ ਕੀ ਵਿਗਾੜ ਲੂੰਗਾ। ਅਗਲਾ ਕਹਿੰਦੇ ਬਣਾ ਦਿਓ, ਮੈਨੂੰ ਕਿਸੇ ਨੇ ਬਣਾ ਦੇਣਾ। ਮੈਨੂੰ ਹੁਣ ਤੱਕ ਯਾਦ ਹੈ, ਇੱਥੇ ਇੱਕ ਪਾਕਿਸਤਾਨ ਦਾ ਕੋਈ ਆਇਆ ਸੀਗਾ, ਡੈਲੀਗੇਟ ਆਏ ਸੀਗੇ। ਉਹ ਮੈਂ ਇੱਕ ਮਿਨਿਸਟਰ ਦੀ ਕੋਠੀ ਚਲਾ ਗਿਆ, ਉਹ ਮੈਨੂੰ ਕਹਿੰਦਾ ਤੁਸੀਂ ਗਵਈਏ ਹੋ? ਮੈਂ ਕਿਹਾ ਹਾਂ। ਤੁਸੀਂ ਪਰ ਇੱਥੇ ਮੰਤਰੀ ਦੀ ਕੋਠੀ ਕਿਵੇਂ ਆ ਗਏ ਹੋ? ਮੈਂ ਕੀ ਹੋ ਗਿਆ ਤੇ ਮੰਤਰੀ ਦੀ ਕੋਠੀ ਗਵਈਆ? ਮੈਂ ਕਿਹਾ ਯਾਰ ਮੰਤਰੀ ਅਸੀਂ ਬਣਾਉਣੇ ਆ। ਅੱਛਾ, ਸਾਡੇ ਤਾਂ ਐਸਾ ਨਹੀਂ ਹੈ, ਸਾਡੇ ਤਾਂ ਪੈਸੇ ਦੇ ਕੇ ਕਹਿੰਦੇ ਨੇ ਗਾਣਾ ਸੁਣ ਲਿਆ ਤੂੰ ਜਾ। ਮੈਂ ਕਿਹਾ ਇਹ ਹਿੰਦੁਸਤਾਨ ਹੈ, ਕਦੇ ਮੈਂ ਵੀ ਐਮਐਲਏ ਬਣ ਜਾਊਗਾ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਵਿਨੀਤ ਕਪੂਰ ਔਰ ਗੱਲ ਕਰ ਲੈਂਦੇ ਹਾਂ ਕਾਂਗਰਸ ਦੇ ਵਿੱਚ ਜਿਸ ਢੰਗ ਦੇ ਨਾਲ ਹੁਣ ਵੱਡੀ ਧੜੇਬਾਜ਼ੀ ਨਜ਼ਰ ਆ ਰਹੀ ਹੈ। ਸਿੱਧੇ ਤੌਰ ਤੇ ਕਈ ਆਗੂ ਇਹੋ ਜਿਹੇ ਨੇ ਜਿਹੜੇ ਆਪਣੀ ਵੱਖ-ਵੱਖ ਮੀਟਿੰਗਾਂ ਕਰਦੇ ਨਜ਼ਰ ਆ ਰਹੇ ਨੇ। ਹਾਲਾਂਕਿ ਇਹ ਮੀਟਿੰਗਾਂ ਇਸ ਵੇਲੇ ਹੋਣੀਆਂ ਚਾਹੀਦੀਆਂ ਸੀ ਮੁੱਖ ਮੰਤਰੀ ਦੇ ਨਾਲ, ਜੇਕਰ ਕੋਈ ਗਿਲੇ ਸ਼ਿਕਵੇ ਮੁੱਖ ਮੰਤਰੀ ਦੇ ਨਾਲ ਸੀ, ਲੇਕਿਨ ਅਲੱਗ-ਅਲੱਗ ਬੈਠਕਾਂ ਹੋ ਰਹੀਆਂ ਨੇ ਔਰ ਇਹ ਕਿਹਾ ਜਾ ਰਿਹਾ ਹੈ ਕਿ ਇਹੋ ਜਿਹੇ ਧੜੇ ਬਣ ਗਏ ਨੇ ਕਿ ਇੱਕ ਧੜਾ ਜਿਹੜਾ ਉਹ ਨਵਜੋਤ ਸਿੰਘ ਸਿੱਧੂ ਨਾਲ ਜਾਂਦਾ ਨਜ਼ਰ ਆ ਰਿਹਾ ਔਰ ਦੂਜਾ ਧੜਾ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਜਾਂਦਾ ਨਜ਼ਰ ਆ ਰਿਹਾ। ਲੇਕਿਨ ਇਸ ਸਾਰੀ ਸਿਨੈਰੀਓ ਨੂੰ ਲੈ ਕੇ ਮੁਹੰਮਦ ਸਦੀਕ ਸਾਡੇ ਨਾਲ ਨੇ, ਗੱਲਬਾਤ ਕਰ ਲੈਂਦੇ ਹਾਂ। ਫਰੀਦਕੋਟ ਤੋਂ ਸਾਂਸਦ ਨੇ ਔਰ ਤੁਸੀਂ ਵੀ ਕੱਲ ਇੱਕ ਮੁੱਦਾ ਚੁੱਕਿਆ ਸੀ ਕਿ ਢਿੱਲੋਂ ਦੇ ਖਿਲਾਫ, ਸਾਨੀਆ ਵਿਧਾਇਕ ਦੇ ਖਿਲਾਫ। ਅੱਜ ਤੁਸੀਂ ਸੀਐਮ ਰੈਜ਼ੀਡੈਂਸ ਵੀ ਆਏ ਹੋ, ਸੀਐਮ ਨੂੰ ਕਿਤੇ ਨਾ ਕਿਤੇ ਮਿਲਣਾ ਵੀ ਚਾਹੁੰਦੇ ਹੋ। ਲੇਕਿਨ ਇੱਕ ਵੱਡਾ ਮਸਲਾ ਕਿ ਕਾਂਗਰਸ ਦੇ ਵਿਚਾਲੇ ਜਿਹੜਾ ਘਮਾਸਾਨ ਨਵਾਂ ਸ਼ੁਰੂ ਹੋ ਗਿਆ, ਜਿਸ ਦੇ ਵਿੱਚ ਸਿੱਧੇ ਤੌਰ ਤੇ ਕਿਹਾ ਗਿਆ ਕਾਂਗਰਸ ਦੇ ਵਿੱਚ ਧੜੇਬਾਜ਼ੀ ਬਣ ਗਈ, ਧੜੇ ਬਣ ਗਏ ਔਰ ਜਿਹੜੇ ਧੜੇ ਸਿੱਧੇ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਨੇ। ਕਪੂਰ ਸਾਹਿਬ ਬੜੀ ਮਿਹਰਬਾਨੀ, ਤੁਸੀਂ ਮੈਨੂੰ ਸਵਾਲ ਕੀਤਾ ਹੈ, ਪਰ ਇਹ ਸਵਾਲ ਬਹੁਤ ਬੜਾ ਹੈ। ਸਵਾਲ ਬੜਾ ਇਸ ਕਰਕੇ ਹੈ ਬਈ ਤੁਸੀਂ ਕਹਿ ਰਹੇ ਹੋ ਵੀ ਧੜੇਬੰਦੀ ਬਣ ਰਹੀ ਹੈ। ਦੇਖੋ, ਹਰ ਘਰ ਦੇ ਵਿੱਚ ਹਰ ਇੱਕ ਬੰਦੇ ਦੀ ਸੋਚ ਇੱਕੋ ਜਿਹੀ ਨਹੀਂ ਹੁੰਦੀ। 2 ਬੰਦੇ ਇੱਧਰ ਬੈਠੇ ਹੁੰਦੇ ਨੇ, 2 ਇੱਧਰ ਬੈਠੇ ਹੁੰਦੇ ਨੇ। ਕਦੇ ਨਾ ਕਦੇ ਤਾਂ ਨਾ ਦਾਲ ਸਬਜ਼ੀ 'ਤੇ ਝਗੜਾ ਹੋ ਜਾਂਦਾ, ਅੱਜ ਨੂਣ ਬਹੁਤਾ ਪੈ ਗਿਆ, ਅੱਜ ਮਿਰਚ ਬਹੁਤੀ ਪੈ ਗਈ ਹੈ। ਇਹੀਆਂ ਜਿਹੀ ਗੱਲਾਂ ਹੋ ਜਾਂਦੀਆਂ ਨੇ। ਪਰ ਮੈਂ ਸਮਝਦਾ ਵੀ ਇਹ ਗੱਲਾਂ ਬੈਠ ਕੇ ਨਜਿੱਠੀਆਂ ਜਾਣਗੀਆਂ, ਕੋਈ ਬਹੁਤ ਬੜੀ ਗੱਲ ਹੈ ਨਹੀਂ। ਮਹਾਰਾਜ ਸਾਹਿਬ ਬਹੁਤ ਸਿਆਣੇ ਨੇ, ਬਹੁਤ ਦੂਰ ਅੰਦੇਸ਼ ਨੇ। ਇਸ ਕਰਕੇ ਮੈਂ ਸਮਝਦਾ ਤਜਰਬੇਕਾਰ ਮੁੱਖ ਮੰਤਰੀ ਨੇ, ਉਹਨਾਂ ਨੇ ਥੋੜ੍ਹੇ ਦਿਨਾਂ ਦੇ ਅੰਦਰ ਅੰਦਰ ਇਹ ਸਾਰਾ ਮਸਲਾ ਹੱਲ ਕਰ ਲੈਣਾ ਹੈ। ਸਦੀਕ ਸਾਹਿਬ, ਤੁਸੀਂ ਕਹਿੰਦੇ ਘਰ ਦੇ ਵਿੱਚ ਜਦੋਂ 4 ਬੰਦੇ ਹੁੰਦੇ ਨੇ ਤੇ ਆਪਸ ਦੇ ਵਿੱਚ ਗਿਲੇ ਸ਼ਿਕਵੇ ਹੋ ਜਾਂਦੇ ਨੇ, ਲੇਕਿਨ ਇੱਥੇ ਇਸ ਟੱਬਰ ਦੇ ਵਿੱਚ ਜਿਹੜੇ ਭਾਂਡੇ ਸੀ ਉਹ ਖਿਲਰਦੇ ਨਜ਼ਰ ਆ ਰਹੇ ਨੇ। ਪਹਿਲਾਂ ਤੇ ਆਪਸ ਦੇ ਵਿੱਚ ਟਕਰਾਵ ਹੋਏ, ਲੇਕਿਨ ਹੁਣ ਖਿਲਰਦੇ ਨਜ਼ਰ ਆ ਰਹੇ ਨੇ। ਨਵਜੋਤ ਸਿੰਘ ਸਿੱਧੂ ਦਾ ਜਿਹੜਾ ਟਵੀਟ ਆਇਆ, ਤੁਸੀਂ ਕਹਿ ਰਹੇ ਹੋ ਕੈਪਟਨ ਅਮਰਿੰਦਰ ਸਿੰਘ ਬੜੇ ਸੂਝਵਾਨ ਨੇ ਔਰ ਆਪਣੀ ਸੂਝ ਨਾਲ ਇਸ ਮਸਲੇ ਨੂੰ ਸਮਝਾ ਲੈਣਗੇ, ਲੇਕਿਨ ਨਵਜੋਤ ਸਿੰਘ ਸਿੱਧੂ ਜਿਸ ਤਰ੍ਹਾਂ ਦੀ ਟਿੱਪਣੀਆਂ ਕਰ ਰਹੇ ਨੇ, ਉਹਨਾਂ ਦੇ ਮੁੱਖ ਮੰਤਰੀ ਦੀ ਜਿਹੜੀ ਕਾਰਜ ਪ੍ਰਣਾਲੀ ਆ, ਉਹਦੀ ਜਿਹੜੀ क्षमता ਉਸ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਲੈ ਕੇ ਆ ਗਏ ਹੋ ਕਿ ਮੁੱਖ ਮੰਤਰੀ ਜਿਹੜੇ ਉਹ ਕੈਪੇਬਲ ਹੀ ਨਹੀਂ ਹੈ ਇਸ ਮਾਮਲੇ ਲਈ। ਦੇਖੋ, ਕਿਸੇ ਨੂੰ ਇਹ ਕਹਿ ਦੇਣਾ ਵੀ ਇਹਨੂੰ ਤਾਂ ਇਹ ਕੰਮ ਆਉਂਦਾ ਹੀ ਨਹੀਂ ਹੈਗਾ, ਤੁਸੀਂ ਬੋਲ ਸਕਦੇ ਹੋ ਲੇਕਿਨ ਉਹਨੂੰ ਕੰਮ ਆਉਂਦਾ ਕਿ ਨਹੀਂ ਆਉਂਦਾ ਤੁਸੀਂ ਫੈਸਲਾ ਨਹੀਂ ਕਰ ਸਕਦੇ। ਫੈਸਲਾ ਤਾਂ ਜਨਤਾ ਕਰਦੀ ਹੁੰਦੀ ਹੈ ਜੀ। ਜੇ ਜਨਤਾ ਨੇ ਚੁਣਿਆ
ਤਾਂ ਉਹ ਮੁੱਖ ਮੰਤਰੀ ਬਣੇ ਨੇ, ਜੇ ਐਮਐਲਏ ਸਾਹਿਬ ਨੇ, ਐਮਐਲਏ ਸਾਹਿਬਾਨ ਨੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਤਾਂ ਉਹ ਮੁੱਖ ਮੰਤਰੀ ਬਣੇ ਨੇ। ਮੇਰੇ ਕਹਿਣ ਦੇ ਨਾਲ ਬਈ ਜੀ ਇਹਨਾਂ ਨੂੰ ਤਾਂ ਕੰਮ ਆਉਂਦਾ ਹੀ ਨਹੀਂ ਹੈ, ਇਹਦਾ ਇਹ ਮਤਲਬ ਨਹੀਂ ਉਹ ਮੁੱਖ ਮੰਤਰੀ ਨਹੀਂ ਹੈਗੇ। ਦੂਜੀ ਰਹੀ ਗੱਲ ਨਵਜੋਤ ਸਿੰਘ ਸਿੱਧੂ ਜੀ ਦੀ, ਸਿੱਧੂ ਜੀ ਪੜ੍ਹੇ ਲਿਖੇ ਨੇ, ਬਹੁਤ ਬੜੀ ਫਿਗਰ ਨੇ, ਬੜਾ ਅੱਛਾ ਬੋਲਦੇ ਨੇ, ਸਭ ਕੁਝ ਹੈ। ਉਹਨਾਂ ਦੇ ਆਪਣੇ ਮਨ ਅੰਦਰ ਕੀ ਹੈ, ਉਹ ਕੀ ਚਾਹੁੰਦੇ ਨੇ, ਅਸਲ ਗੱਲ ਇਹ ਹੈ ਵੀ ਖੁੱਲ੍ਹ ਕੇ ਨਹੀਂ ਦੱਸਣਾ ਵੀ ਮੈਂ ਕੀ ਚਾਹੁੰਦਾ। ਉਹ ਸਿਰਫ ਇਹ ਤਾਂ ਕਰਨ ਨਹੀਂ ਫਲਾਣੇ ਨੂੰ ਆਹ ਕੰਮ ਨਹੀਂ ਆਉਂਦਾ, ਢਿੰਗਲੇ ਨੂੰ ਆਹ ਕੰਮ ਨਹੀਂ ਆਉਂਦਾ। ਉਹ ਆਪ ਚਾਹੁੰਦੇ ਕੀ ਨੇ ਇਹ ਸਪਸ਼ਟ ਕਰਨਾ ਚਾਹੀਦਾ ਵੀ ਮੈਂ ਤਾਂ ਆਹ ਚਾਹੁੰਦਾ ਹੈ ਜੀ। ਫਿਰ ਮੇਰਾ ਖਿਆਲ ਹੈ ਇਹਦਾ ਮਸਲੇ ਦਾ ਛੇਤੀ ਹੱਲ। ਲੱਗਦਾ ਕੀ ਚਾਹੁੰਦਾ ਨਵਜੋਤ ਸਿੰਘ ਸਿੱਧੂ? ਮੈਂ ਇਹ ਤਾਂ ਉਹੀ ਜਾਣਦੇ ਨੇ, ਮੈਂ ਕੀ ਜਾਣਦਾ। ਕਪੂਰ ਸਾਹਿਬ ਮੈਂ ਜੋਤਸ਼ੀ ਤਾਂ ਹਾਂ ਨਹੀਂ, ਨਾ 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 ਨਾ, ਮੈਂ ਤਾਂ ਇੱਕ ਸਾਧਾਰਨ ਬੰਦਾ ਹਾਂ। ਲੇਕਿਨ ਜਿਸ ਤਰ੍ਹਾਂ ਦੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਹੈ, ਮੁੱਖ ਮੰਤਰੀ ਦਾ ਚਿਹਰਾ ਵੀ ਹੋ ਸਕਦੇ ਨੇ 2022 ਦੇ ਵਿੱਚ, ਇਸ ਤਰ੍ਹਾਂ ਦੀ ਗੱਲਾਂ ਜਦੋਂ ਨਿਕਲ ਕੇ ਸਾਹਮਣੇ ਆਉਂਦੀਆਂ, ਤੁਹਾਨੂੰ ਲੱਗਦਾ ਨਹੀਂ ਕਿ ਸਿੱਧੂ ਦੀ ਮਹੱਤਵਕਾਂਸ਼ਾ ਜਿਹੜੀ ਆ ਹੋਰ ਵੱਧਦੀ ਨਜ਼ਰ ਆ ਰਹੀ ਹੈ? ਮਹੱਤਵਕਾਂਸ਼ਾ ਤਾਂ ਹਰ ਇੱਕ ਬੰਦੇ ਦੇ ਅੰਦਰ ਹੈਗੀ ਹੈ, ਉਹਨੂੰ ਵਧਾਈ ਜਾਣਾ ਵਧਾਈ ਜਾਣਾ ਵਧਾਈ ਜਾਣਾ ਮੁਸੀਬਤ ਮੁੱਲ ਲੈਣ ਵਾਲੀ ਗੱਲ ਹੁੰਦੀ ਹੈ। ਦੇਖੋ ਅਗਰ ਤੁਸੀਂ ਕੋਈ ਕਸ਼ਟ ਲੈਣਾ ਚਾਹੁੰਦੇ ਹੋ, ਆਪਣੇ ਦੁੱਖਾਂ ਨੂੰ ਵਧਾਉਣਾ ਚਾਹੁੰਦੇ ਹੋ, ਤਾਂ ਤੁਸੀਂ ਆਪਣੀ ਮਹੱਤਵਕਾਂਸ਼ਾ ਵਧਾ ਲਵੋ, ਆਪਣੀਆਂ ਖੁਆਇਸ਼ਾਤ ਵਧਾ ਲਵੋ। ਜਿੰਨੀਆਂ ਖੁਆਇਸ਼ਾਂ ਵਧਾਵੋਗੇ ਨਾ ਉਹਨੇ ਦੁਖੀ ਹੋਈ ਜਾਵੋਗੇ। ਗੱਲ ਤਾਂ ਕੁਝ ਵੀ ਨਹੀਂ ਹੈਗੀ ਹੈ। ਜਿੱਥੇ ਤੱਕ ਪ੍ਰਧਾਨਗੀ ਦਾ ਤਾਲੁਕ ਹੈ ਇਹ ਹਾਈ ਕਮਾਂਡ ਦੇ ਹੱਥ 'ਚ ਹੈ, ਮੇਰੇ ਹੱਥ 'ਚ ਨਹੀਂ ਹੈ, ਹੈ ਜੀ। ਜਿੱਥੇ ਤੱਕ ਮੁੱਖ ਮੰਤਰੀ ਬਣਨ ਦਾ ਤਾਲੁਕ ਹੈ, ਜਿਹੜੇ ਐਮਐਲਏ ਚੁਣੇ ਜਾਣਗੇ ਇਹ ਉਹਨਾਂ ਦੇ ਹੱਥ 'ਚ ਹੈ, ਇਹ ਹੋਰ ਕਿਸੇ ਦੇ ਹੱਥ 'ਚ ਨਹੀਂ ਹੈ। ਜਿਹੜੀਆਂ ਗੱਲਾਂ ਹੈ ਹੀ ਦੂਜੇ ਦੇ ਹੱਥ 'ਚ, ਦੇਖੋ ਮੇਰੀ ਗੱਲ ਸੁਣੋ, ਮੈਂ ਕਿਸੇ ਦੀ ਗੱਲ ਸੁਣੀ ਸੀ ਬਈ ਦਰਖਤ ਬਣਨ ਦੀ ਕੋਸ਼ਿਸ਼ ਕਰੋ, ਪਤੰਗ ਬਣਨ ਦੀ ਕੋਸ਼ਿਸ਼ ਨਾ ਕਰੋ। ਦਰਖਤ ਛੋਟਾ ਹੁੰਦਾ ਲੇਕਿਨ ਜ਼ਮੀਨ 'ਚ ਗੜਿਆ ਹੁੰਦਾ, ਜੜ ਪੱਕੀ ਹੁੰਦੀ ਹੈ। ਪਤੰਗ ਬੜਾ ਉੱਚਾ ਹੁੰਦਾ ਲੇਕਿਨ ਉਹਦੀ ਡੋਰ ਦੂਜੇ ਦੇ ਹੱਥ 'ਚ ਹੁੰਦੀ ਹੈ। ਇਹ ਦੇਖੋ ਬੜੇ ਬਣੋ, ਧਰਤੀ 'ਚ ਗੱਡੇ ਜਾਓ, ਐਡੇ ਬੜੇ ਬਣੋ। ਇਸ਼ਾਰਾ ਕਿਸ ਵੱਲ ਨੂੰ ਹੈ? ਪਤੰਗ ਕੌਣ ਹੈ ਤੇ ਦਰਖਤ ਕੌਣ ਹੈ? ਇਸ਼ਾਰਾ ਕਰ ਰਹੇ ਹੋ ਤੁਸੀਂ? ਮੈਂ ਸਿਰਫ ਗੱਲ ਕਰ ਰਿਹਾ ਬਈ ਦਰਖਤ ਬਣੋ, ਦੂਜੇ ਨੂੰ ਛਾਂ ਵੀ ਦੇਵੋ ਤੇ ਐਸੇ ਗੱਡੇ ਜਾਓ ਤੁਹਾਨੂੰ ਹਿਲਾ ਨਾ ਸਕੇ ਕੋਈ, ਹਾਂਜੀ। ਜਦੋਂ ਪਤੰਗ ਬਣੋਗੇ ਫਿਰ ਕਿਸ ਦੇ ਹੱਥ 'ਚ ਹੋਵੋਗੇ ਉਹ ਚਾਹੋ। ਤੁਹਾਨੂੰ ਲੱਗਦਾ ਕਿ ਦਰਖਤ ਬਣਨਗੇ ਕਿਉਂਕਿ ਇੱਥੇ ਜਿਹੜੇ ਗੱਡੇ ਹੋਏ ਦਰਖਤ ਨੇ ਉਹਨਾਂ ਨੂੰ ਪੁੱਟਣ ਦੀ ਕੋਸ਼ਿਸ਼ ਹੋ ਰਹੀ ਹੈ? ਦੇਖੋ ਕੌਣ ਕਰ ਰਿਹਾ ਔਰ ਕਿਵੇਂ ਪੁੱਟੇ ਜਾ ਰਹੇ ਨੇ। ਇੱਕ ਵੇਲਾ ਸੀਗਾ ਮੈਨੂੰ ਵੀ ਪੁੱਟਣ ਦੀ ਕੋਸ਼ਿਸ਼ ਕੀਤੀ ਪਰ ਮੈਂ ਤਾਂ ਪੁੱਟਿਆ ਨਹੀਂ ਗਿਆ, ਹੈ ਰੱਬ ਜਾਣੇ ਕੱਲ ਨੂੰ ਕੀ ਹੋਣਾ। ਲੇਕਿਨ ਮੈਂ ਇੰਨਾ ਸਮਝਦਾ ਬਈ ਇਨਸਾਨ ਨੂੰ ਐਡਾ ਜਿਗਰਾ ਰੱਖਣਾ ਚਾਹੀਦਾ, ਇਨਸਾਨ ਦੀ ਇੰਨੀ ਵੈਲਿਊ ਹੋਣੀ ਚਾਹੀਦੀ ਆ, ਬਿਲ ਪਾਵਰ ਹੋਣੀ ਚਾਹੀਦੀ ਆ ਬਈ ਕਿਸੇ ਦੇ ਕਹੇ ਤੇ ਪੱਟਿਆ ਨਾ ਜਾਵੇ, ਕਿਸੇ ਦੇ ਕਹੇ ਤੇ ਉਹ ਇੱਧਰ ਉੱਧਰ ਹਿੱਲੇ ਨਾ। ਕਿਉਂਕਿ ਤੁਹਾਨੂੰ ਲਾਲਚ ਵੀ ਬਹੁਤ ਆਉਂਦੇ ਨੇ, ਤੁਹਾਨੂੰ ਡਰ ਵੀ ਬਹੁਤ ਡਰਾਉਂਦੇ ਨੇ ਲੋਕੀ। ਲੇਕਿਨ ਤੁਸੀਂ ਵੀ ਪਰਮਾਤਮਾ ਦੀ ਇੱਕ ਸਾਜੀ ਨਵਾਜੀ ਚੀਜ਼ ਹੋ, ਜਿਹੜਾ ਦੂਜਾ ਬੰਦਾ ਨਾ ਬਿਲਕੁਲ ਤੁਸੀਂ ਉਹੇ ਜਿਹੇ ਹੋ। ਇਹ ਹੁਣ ਤੁਹਾਡੀ ਆਪਣੀ ਸੋਚ ਤੇ ਔਰ ਤੁਹਾਡੀ ਜਿਗਰੇ ਤੇ ਕੰਮ ਹੈ ਵੀ ਤੁਸੀਂ ਕੀ ਕਰ ਸਕਦੇ ਹੋ ਕੀ ਨਹੀਂ। ਸਦੀਕ ਸਾਹਿਬ, ਜਿਹੜੀਆਂ ਬੈਠਕਾਂ ਹੋ ਰਹੀਆਂ ਨੇ, ਕੱਲ ਇੱਕ ਵੱਡੀ ਬੈਠਕ ਹੁੰਦੀ ਹੈ ਜਿਸ ਦੇ ਵਿੱਚ 2 ਮੈਂਬਰ ਜਿਹੜੇ ਨੇ, ਇੱਕ ਰਾਜ ਸਭਾ ਮੈਂਬਰ, ਇੱਕ ਪਾਰਲੀਮੈਂਟ ਦੇ ਮੈਂਬਰ ਜਿਹੜੇ ਨੇ ਉਹ ਬੈਠਦੇ ਨੇ, 3 ਜਿਹੜੇ ਵਜ਼ੀਰ ਨੇ ਉਹ ਬੈਠੇ ਹੁੰਦੇ ਨੇ। ਅੱਜ ਇੱਕ ਬੈਠਕ ਹੁੰਦੀ ਹੈ ਜਿਸ ਦੇ ਵਿੱਚ 12 ਲੀਡਰ ਕਾਂਗਰਸ ਦੇ ਮੌਜੂਦ ਹੁੰਦੇ ਨੇ, ਦਲਿਤ ਲੀਡਰ, ਜਿਨ੍ਹਾਂ ਦੇ ਵਿੱਚ 10 ਵਿਧਾਇਕ ਔਰ 2 ਕੈਬਨਿਟ ਵਜ਼ੀਰ। ਲਗਾਤਾਰ ਇਸ ਤਰ੍ਹਾਂ ਦੀ ਬੈਠਕਾਂ ਹੋ ਰਹੀਆਂ ਨੇ ਔਰ ਇਹ ਬੈਠਕਾਂ ਜਿਹੜੀਆਂ ਨੇ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦਬਾਅ ਬਣੇ ਔਰ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਖੁਦ ਕੋਈ ਇਹੋ ਜਿਹਾ ਫੈਸਲਾ ਲੈ ਲੈਣ ਜਿਹੜਾ ਫੈਸਲਾ ਕਿਤੇ ਨਾ ਕਿਤੇ ਇਨ ਵਿਧਾਇਕਾਂ ਨੂੰ ਮਨਜ਼ੂਰ ਹੋਏ, ਭਾਵੇਂ ਕਾਂਗਰਸ ਨੂੰ ਮਨਜ਼ੂਰ ਹੋਏ ਜਾਂ ਫਿਰ ਨਾ ਹੋਏ। ਦੇਖੋ ਜਿੱਥੇ ਤੱਕ ਦਬਾਅ ਪਾਉਣ ਦਾ ਤਾਲੁਕ ਹੈ ਨਾ, ਦਬਾਅ ਪਾਉਣਾ ਤੁਸੀਂ ਆਪਣੀ ਡਿਮਾਂਡ ਰੱਖਣੀ ਹੈ, ਤੁਸੀਂ ਆਪਣੀ ਮੰਗ ਰੱਖਣੀ ਹੈ, ਇਹ ਤਾਂ ਦਬਾਅ ਤੋਂ ਬਗੈਰ ਵੀ ਰੱਖੀ ਜਾ ਸਕਦੀ ਹੈ, ਕੋਈ ਖਾਸ ਗੱਲ ਨਹੀਂ ਹੈ। ਜੇ ਤੁਸੀਂ ਸਮਝਦੇ ਹੋ ਵੀ ਭਾਈ ਦਬਾਅ ਤੋਂ ਬਿਨਾਂ ਮੰਗ ਪੂਰੀ ਨਹੀਂ ਹੁੰਦੀ ਤਾਂ ਇਹ ਤੁਹਾਡੀ ਆਪਣੀ ਮਰਜ਼ੀ ਹੈ। ਪਰ ਲੇਕਿਨ ਮੈਂ ਸਮਝਦਾ ਜਿਹੜੀ ਮੰਗ ਪੂਰੀ ਹੋਣ ਵਾਲੀ ਹੁੰਦੀ ਹੈ ਨਾ ਉਹਨੂੰ ਤਾਂ ਕੋਈ ਰੋਕਦਾ ਹੀ ਨਹੀਂ ਹੁੰਦਾ। ਹਾਂ, ਜਿਹੜੀ ਮੰਗ ਨਹੀਂ ਪੂਰੀ ਹੋਣ ਵਾਲੀ ਹੁੰਦੀ ਉਹਦੇ ਵਾਸਤੇ ਦਬਾਅ ਪਾਇਆ ਜਾਂਦਾ ਹੁੰਦਾ। ਫਿਰ ਉਹ ਪੂਰੀ ਹੁੰਦੀ ਹੈ ਕਿ ਨਹੀਂ ਹੁੰਦੀ ਇਹ ਤਾਂ ਜਾਂ ਮੰਗ ਪੂਰੀ ਕਰਨ ਵਾਲਾ ਜਾਣਦਾ ਜਾਂ ਫਿਰ ਮੰਗਣ ਵਾਲੇ ਜਾਣਦੇ ਨੇ। ਕਪੂਰ ਸਾਹਿਬ ਬਹੁਤ ਬੜਾ ਤੁਸੀਂ ਮਸਲਾ ਮੇਰੇ ਸਾਹਮਣੇ ਰੱਖਿਆ ਹੋਇਆ ਕਾਂਗਰਸ ਦਾ। ਕਾਂਗਰਸ ਇੱਕ ਸਮੁੰਦਰ ਹੈ, ਕਾਂਗਰਸ ਇੱਕ ਬੜੀ ਪਾਰਟੀ ਹੈ। ਇੱਥੇ ਬੜੇ ਬਹੁਤ ਸਾਰੇ ਇਸ ਤਰ੍ਹਾਂ ਦੇ ਝਮੇਲੇ ਬਹੁਤ ਵਾਰੀ ਪੈਦਾ ਹੋਏ ਨੇ ਔਰ ਬਹੁਤ ਵਾਰੀ ਇਹ ਸੋਲਵ ਵੀ ਹੋਇਆ, ਸਾਰਾ ਕੁਝ ਠੀਕ ਵੀ ਹੋ ਗਿਆ। ਹੁਣ ਵੀ ਮੈਨੂੰ ਲੱਗਦਾ ਹੈ ਇਹ ਬੜੀ ਪਾਰਟੀ ਹੈ। ਸਦੀਕ ਸਾਹਿਬ, ਤੁਸੀਂ ਕਿਹਾ ਬਹੁਤ ਵਾਰੀ ਇਹੋ ਜਿਹੇ ਰੋਲੇ ਪਏ ਨੇ, ਲੇਕਿਨ ਕਈ ਵਾਰ ਇਹ ਵੀ ਵੇਖਣ ਨੂੰ ਆਇਆ ਕਿ ਹਾਂ ਪਰਿਵਰਤਨ ਵੀ ਵੱਡੇ ਲੈਵਲ ਤੇ ਹੋਇਆ। ਬੀਬੀ ਰਜਿੰਦਰ ਕੌਰ ਭੱਠਲ ਦਾ ਸਮਾਂ ਤੁਹਾਨੂੰ ਯਾਦ ਹੋਏਗਾ ਕਿਸ ਢੰਗ ਦੇ ਨਾਲ ਬਦਲਾਵ ਹੋ ਗਿਆ ਸੀ। ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਜਦੋਂ ਪ੍ਰਧਾਨ ਸੀ ਉਸ ਵੇਲੇ ਕਿਸ ਤਰ੍ਹਾਂ ਦਾ ਬਦਲਾਵ ਹੋਇਆ ਔਰ ਹੁਣ
ਕਿਸ ਤਰ੍ਹਾਂ ਦੇ ਬਦਲਾਵ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ? ਹਾਂ ਦੇਖੋ, ਉਹਦੇ ਵਿੱਚ ਇਹ ਹੈ ਬਈ ਬਦਲਾਅ ਤਾਂ ਹੁੰਦਾ ਰਹਿੰਦਾ। ਬਦਲਾਅ ਵੈਸੇ ਵੀ ਕੁਦਰਤ ਦਾ ਵੀ ਇੱਕ ਅਸੂਲ ਹੈ। ਜਿਸ ਤਰ੍ਹਾਂ ਗਰਮੀ ਤੋਂ ਬਾਅਦ ਸਰਦੀ, ਸਰਦੀ ਤੋਂ ਬਾਅਦ ਗਰਮੀ, ਬਰਸਾਤਾਂ, ਉਹ ਕੁਦਰਤ ਦਾ ਵੀ ਅਸੂਲ ਹੈ। ਲੇਕਿਨ ਦੇਖਣਾ ਇਹ ਪਊਗਾ ਵੀ ਬਦਲਾਅ ਕਰਨ ਵਾਲੇ ਕੌਣ ਨੇ, ਬਦਲਣ ਵਾਲੇ ਕੌਣ ਨੇ। ਕਿਉਂਕਿ ਅਸੀਂ ਇਨਸਾਨ ਹੈ, ਅਸੀਂ ਰੁੱਤ ਤਾਂ ਨਹੀਂ ਹਾਂ, ਇਨਸਾਨ ਹੈ। ਸਾਨੂੰ ਪਰਮਾਤਮਾ ਨੇ ਸੋਚ ਦਿੱਤੀ ਹੈ, ਅਸੀਂ ਉਸ ਸੋਚ ਦੇ ਨਾਲ ਖੜਨਾ ਹੈ। ਉਹ ਸੋਚ ਬਦਲਾਅ ਵਾਲੀ ਹੈ ਜਾਂ ਨਹੀਂ ਹੈ, ਇਸ ਗੱਲ ਦੇ ਉੱਤੇ ਬਹੁਤ ਡਿਪੈਂਡ ਕਰਦਾ ਵੀ ਅਸੀਂ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ, ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾ ਲਿੱਤਾ ਜਾਏ, ਉਹਨਾਂ ਦੇ ਅਗਵਾਈ ਹੇਠ ਅਗਲਾ ਚੁਣਾਵ ਲੜਿਆ ਜਾਏ, ਤਿਆਰ ਹੋ ਇਸ ਨੂੰ ਲੈ ਕੇ ਤੁਸੀਂ? ਮੈਂ ਤੁਹਾਨੂੰ ਗੱਲ ਦੱਸਾਂ, ਜੇ ਮੈਨੂੰ ਕੋਈ ਕਹਿ ਦੇਵੇ ਬਈ ਇਹਨੂੰ ਮਿਨਿਸਟਰ ਬਣਾ ਦਿਓ, ਤੇ ਮੈਂ ਕਿਸ ਦਾ ਕੀ ਕਹਿ ਕੇ ਵਿਗਾੜ ਲੂੰਗਾ। ਮੈਂ ਅਗਲਾ ਕਹਿ ਦੂਗਾ ਬਣਾ ਦਿਓ, ਮੈਨੂੰ ਕਿਸੇ ਨੇ ਬਣਾ ਦੇਣਾ। ਪੋਜੀਸ਼ਨ ਇਹ ਹੈ, ਡਿਮਾਂਡ ਤਾਂ ਹਰ ਬੰਦਾ ਕਰ ਸਕਦਾ, ਇਹ ਜਮਹੂਰੀਅਤ ਹੈ, ਇਹ ਡੈਮੋਕ੍ਰੇਸੀ ਹੈ। ਕੋਈ ਬੰਦਾ ਵੀ ਕਹਿ ਸਕਦਾ ਮੈਂ ਕੱਲ ਨੂੰ ਪ੍ਰਧਾਨ ਮੰਤਰੀ ਬਣੂੰਗਾ, ਕਹੀ ਜਾਵੇ। ਬਣ ਸਕਦਾ ਕਿ ਨਹੀਂ ਬਣ ਸਕਦਾ, ਇਹ ਤਾਂ ਜਨਤਾ ਨੇ ਦੇਖਣਾ, ਸਮੇਂ ਨੇ ਦੇਖਣਾ। ਪਰ ਮੈਨੂੰ ਹੁਣ ਤੱਕ ਯਾਦ ਹੈ, ਇੱਥੇ ਇੱਕ ਪਾਕਿਸਤਾਨ ਦਾ ਕੋਈ ਆਇਆ ਸੀਗਾ, ਡੈਲੀਗੇਟ ਆਏ ਸੀਗੇ। ਉਹ ਮੈਂ ਇੱਕ ਮਿਨਿਸਟਰ ਦੀ ਕੋਠੀ ਚਲਾ ਗਿਆ, ਉਹ ਮੈਨੂੰ ਕਹਿੰਦਾ ਤੁਸੀਂ ਗਵਈਏ ਹੋ? ਮੈਂ ਕਿਹਾ ਜੀ ਹਾਂ। ਤੁਸੀਂ ਪਰ ਇੱਥੇ ਮੰਤਰੀ ਦੀ ਕੋਠੀ ਕਿਵੇਂ ਆ ਗਏ ਹੋ? ਮੈਂ ਕੀ ਹੋ ਗਿਆ, ਕੀ ਹੋ ਗਿਆ? ਤੇ ਮੰਤਰੀ ਦੀ ਕੋਠੀ ਗਵਈਆ? ਮੈਂ ਕਿਹਾ ਯਾਰ ਮੰਤਰੀ ਅਸੀਂ ਬਣਾਉਣੇ ਆ। ਅੱਛਾ, ਸਾਡੇ ਤਾਂ ਐਸਾ ਨਹੀਂ ਹੈ, ਸਾਡੇ ਤਾਂ ਪੈਸੇ ਦੇ ਕੇ ਕਹਿੰਦੇ ਨੇ ਗਾਣਾ ਸੁਣ ਲਿਆ ਤੂੰ ਜਾ। ਮੈਂ ਕਿਹਾ ਇਹ ਹਿੰਦੁਸਤਾਨ ਹੈ, ਕਦੇ ਮੈਂ ਵੀ ਐਮਐਲਏ ਬਣ ਜਾਊਗਾ, ਉਦੋਂ ਨਾ ਮੇਰੇ ਚਿੱਤ ਨਾ ਚੇਤੇ ਨਾ ਮੇਰੇ ਖਿਆਲ, ਕਦੇ ਨਾ ਮੇਰਾ ਫੀਲਡ ਨਾ ਹੈ। ਔਰ ਕੈਸੀ ਗੱਲ ਹੋਈ, ਮੈਂ ਐਮਐਲਏ ਬਣੇ ਬੈਠੇ, ਐਮਪੀ ਬਣੇ ਬੈਠਾ। ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ, ਕੁਦਰਤ ਬੜੀ ਬੇਨਿਆਜ਼ ਹੈ। ਕਿਸੇ ਨੇ ਕੀ ਬਣਨਾ ਇਹ ਉਹਦੇ ਹੱਥ ਹੈ, ਕਿਸੇ ਦੇ ਕਹੇ ਤੇ ਕੋਈ ਕੁਝ ਨਹੀਂ ਬਣਦਾ ਹੈ ਜੀ। ਇਸ ਕਰਕੇ ਮੈਂ ਕਹੂੰਗਾ ਠੀਕ ਹੈ, ਕੋਸ਼ਿਸ਼ ਹੈ ਹਰ ਬੰਦੇ ਦੀ, ਕੋਸ਼ਿਸ਼ ਕਰੋ, ਉਹ ਪਰਮਾਤਮਾ ਪੂਰੀ ਕਰਦਾ ਕਿ ਨਹੀਂ ਕਰਦਾ। ਲੇਕਿਨ ਸਦੀਕ ਸਾਹਿਬ, ਤੁਹਾਨੂੰ ਨਹੀਂ ਲੱਗਦਾ ਕਿ ਚੋਣਾਂ ਵੇਲੇ ਇਸ ਢੰਗ ਦੀ ਸਿਆਸਤ ਦਾ ਹੋਣਾ ਉਹ ਕਿਤੇ ਨਾ ਕਿਤੇ ਪਾਰਟੀ ਨੂੰ ਨੁਕਸਾਨ ਪਹੁੰਚਾ ਸਕਦਾ? ਹਾਂ, ਮਾੜੀ ਗੱਲ ਹੈ, ਐਸਾ ਨਹੀਂ ਚਾਹੀਦਾ। ਲੇਕਿਨ ਫਿਰ ਵੀ ਮੈਂ ਸਮਝਦਾ ਬਈ ਬਹੁਤ ਸੂਝਵਾਨ ਨੇ ਸਾਡੇ ਮੁੱਖ ਮੰਤਰੀ ਜੀ, ਉਹ ਬਹੁਤ ਛੇਤੀ ਇਹਨੂੰ ਸਾਰੇ ਮਸਲੇ ਨੂੰ ਹੱਲ ਕਰ ਲੈਣਗੇ। ਜਿਹੜਾ ਸਿਨੈਰੀਓ ਬਣਿਆ ਹੈ, ਆਪਾਂ ਗਾਇਕੀ ਦੀ ਗੱਲ ਕਰ ਲਈਏ, ਤੁਹਾਡਾ ਜਿਹੜਾ ਪੇਸ਼ਾ ਸੀ ਉਸ ਦੀ ਗੱਲ ਕਰ ਲਈਏ, ਉਸ ਦੇ ਵਿੱਚ ਕੋਈ ਇਹੋ ਜਿਹਾ ਗਾਣਾ ਤੁਸੀਂ ਤਿਆਰ ਕੀਤਾ ਹੋਇਆ ਜਿਹੜੇ ਇਸ ਸਾਰੇ ਸਿਨੈਰੀਓ ਨੂੰ ਡਿਫਾਈਨ ਕਰ ਸਕੇ? ਨਹੀਂ, ਪਤਾ ਕੀ ਗੱਲ ਹੈ, ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਇਹ ਖਿਚੜੀ ਕਿਵੇਂ ਪੱਕ ਰਹੀ ਹੈ ਔਰ ਕਦੋਂ ਪੱਕ ਰਹੀ ਹੈ, ਕੌਣ ਪਕਾ ਰਿਹਾ। ਮੈਨੂੰ ਇਸ ਗੱਲ ਬਾਰੇ ਪਤਾ ਨਹੀਂ ਸੀ, ਨਹੀਂ ਮੈਂ ਜ਼ਰੂਰ ਤਿਆਰ ਕਰ ਲੈਂਦਾ, ਐਸਾ ਹੈ ਨਹੀਂ। ਵੈਸੇ ਕੋਈ ਲੱਗਦਾ ਤੁਹਾਨੂੰ ਪੁਰਾਣਾ ਕੋਈ ਇਹੋ ਜਿਹਾ ਗਾਣਾ ਹੋਊਗਾ ਜਿਹੜਾ ਸਾਰਾ ਡੈਡੀਕੇਟ ਹੋਏ ਇਸ ਸਾਰੇ ਸਿਨੈਰੀਓ ਨੂੰ? ਨਹੀਂ, ਕਿਉਂਕਿ ਮੈਂ ਜਿੰਨੇ ਗੀਤ ਗਾਏ ਨੇ ਨਾ, ਉਹ ਤਕਰੀਬਨ ਆਮ ਤੌਰ ਤੇ ਮਨੋਰੰਜਨ ਦੇ ਗੀਤ ਸੀਗੇ, ਕਿਉਂਕਿ ਲੋਕਾਂ ਦਾ ਮਨੋਰੰਜਨ ਇੱਥੇ ਵੀ ਕਹਿੰਦੇ ਮਨੋਰੰਜਨ ਹੀ ਹੋ ਗਿਆ ਕਿ ਕਾਂਗਰਸ ਦੇ ਵਿੱਚ ਜਿਹੜੀ ਰੱਸਾਕੁਸ਼ੀ ਚੱਲ ਰਹੀ ਹੈ ਮਨੋਰੰਜਨ ਦਾ ਹੀ ਹਿੱਸਾ ਬਣ ਕੇ ਰਹਿ ਗਈ। ਨਹੀਂ, ਇਹ ਮਨੋਰੰਜਨ ਦਾ ਨਹੀਂ ਹੈ। ਕਦੇ ਰੱਸਾਕਸ਼ੀ 'ਚ ਜਾਂ ਖੁਚ ਤੂੰ 'ਚ ਮਨੋਰੰਜਨ ਨਹੀਂ ਹੁੰਦਾ, ਮਨੋਰੰਜਨ ਤਾਂ ਫਰੀ ਮਾਈਂਡ 'ਚ ਹੁੰਦਾ। ਇਸ ਕਰਕੇ ਮੈਂ ਤਾਂ ਚਾਹੁੰਦਾ ਸੀ ਮੇਰੇ ਦਰਸ਼ਕਾਂ ਲਈ ਕੋਈ ਇਹੋ ਜਿਹਾ ਰੱਸਾ ਕਸ਼ੀ ਨੂੰ ਲੈ ਕੇ ਕੋਈ ਗਾਣਾ ਹੋ ਜਾਏ ਤੁਹਾਡੀ ਤਰਫੋਂ ਜਿਹੜਾ ਕਿਤੇ ਨਾ ਕਿਤੇ ਡੈਡੀਕੇਟ ਕਰਦੇ ਹੋਣ, ਜਿਹੜੇ ਆ ਲੀਡਰਸ ਨੇ, ਜਿਹੜੇ ਆ ਸਾਰਾ ਸਿਨੈਰੀਓ ਬਣਦਾ ਹੋਇਆ ਨਜ਼ਰ ਆ ਰਿਹਾ। ਨਹੀਂ ਕਪੂਰ ਸਾਹਿਬ, ਮੇਰੇ ਦਿਮਾਗ 'ਚ ਐਸੀ ਕੋਈ ਚੀਜ਼ ਨਹੀਂ ਹੈਗੀ ਹੈ ਜਿਹੜੀ ਮੈਂ ਇਸ ਮੌਕੇ ਤੇ ਸਹੀ ਮਾਨੇ 'ਚ ਬੋਲ ਸਕਾਂ। ਗੀਤ ਤਾਂ ਮੇਰੇ ਬਥੇਰੇ ਗਾਏ ਹੋਏ ਨੇ, ਹਜ਼ਾਰਾਂ ਗੀਤ ਨੇ, ਲੇਕਿਨ ਇਸ ਮੌਕੇ ਦੇ ਉੱਤੇ ਟੁਕਦਾ ਗੱਲ ਟੁਕਮੀ ਕਰਨੀ ਚਾਹੀਦੀ ਹੈ। ਕਪੂਰ ਸਾਹਿਬ ਬਗੈਰ ਟੁਕਮੀ ਗੱਲ ਕਰਾਂਗੇ ਨਾ, ਉਹ ਲੋਕ ਹੱਸਣਗੇ। ਮੈਨੂੰ ਚਲੋ ਉਮੀਦ ਕਰ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚੋਂ ਇਹਨਾਂ ਦਾ ਜਿਹੜਾ ਗਾਇਕੀ ਦਾ ਪਟਾਰਾ, ਉਸ ਦੇ ਵਿੱਚੋਂ ਕੋਈ ਜਿਹੜਾ ਇਸ ਵਕਤ ਸਮੀਕਰਨ ਬਣੇ ਉਸ ਨੂੰ ਲੈ ਕੇ ਵੀ ਇਹ ਕੋਈ ਗਾਣਾ ਸਾਹਮਣੇ ਰੱਖਣਗੇ। ਲੇਕਿਨ ਹਾਂ, ਇੰਨਾ ਜ਼ਰੂਰ ਹੈ ਕਿ ਇਹਨਾਂ ਦੇ ਹਲਕੇ ਦੇ ਵਿੱਚ ਇਹਨਾਂ ਨਾਲ ਜਿਹੜੀ ਰਾਜਨੀਤਿਕ ਠੱਗੀ ਹੋਈ ਹੈ ਉਸ ਮਸਲੇ ਨੂੰ ਲੈ ਕੇ ਸੀਐਮ ਰੈਜ਼ੀਡੈਂਸ ਪਹੁੰਚੇ ਨੇ। ਸੀਐਮ ਨਾਲ ਮੁਲਾਕਾਤ ਵੀ ਕਰਨਾ ਚਾਹੁੰਦੇ ਨੇ, ਜੇਕਰ ਸਮਾਂ ਮਿਲਦਾ ਹੈ ਤੇ ਸੀਐਮ ਨਾਲ ਮੁਲਾਕਾਤ ਵੀ ਕਰਨਗੇ ਔਰ ਉਸ ਮਸਲੇ ਨੂੰ ਵੀ ਚੱਕਣਗੇ। ਲੇਕਿਨ ਹਾਂ, ਬੇਬਾਕੀ ਨਾਲ ਆਪਣੀ ਗੱਲ ਕਰਦੇ ਨਜ਼ਰ ਆ ਰਹੇ ਨੇ ਔਰ ਨਾਲ ਇੱਕ ਸੰਦੇਸ਼ ਵੀ ਦੇ ਰਹੇ ਨੇ ਕਿ ਮਹੱਤਵਕਾਂਸ਼ਾ ਜਿੰਨੀਆਂ ਵਧਾਓਗੇ ਉਨੇ ਦੁੱਖ ਤੁਹਾਡੇ ਵੱਧਦੇ ਹੋਏ ਨਜ਼ਰ ਆਉਣਗੇ। ਹੁਣ ਮਹੱਤਵਕਾਂਸ਼ਾ ਜ਼ਿਆਦਾ ਰੱਖਣ ਵਾਲੇ ਲੋਕ ਖੁਦ ਡਿਸਾਈਡ ਕਰ ਲੈਣ ਕਿ ਦੁੱਖ ਵਧਾਣੇ ਨੇ ਜਾਂ ਮਹੱਤਵਕਾਂਸ਼ਾ ਨੂੰ ਸੀਮਿਤ ਕਰਕੇ ਜਿਹੜੀ ਜ਼ਿੰਦਗੀ ਹੈ ਉਸ ਨੂੰ ਹੋਰ ਜ਼ਿਆਦਾ ਸੁਖਾਲਾ ਕਰਨਾ ਹੈ। ਕੈਮਰਾਮੈਨ ਵਿਕਾਸ ਦੇ ਨਾਲ ਵਿਨੀਤ ਕਪੂਰ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।